भाई साहब पहले तो दसो कि तुहानूं लगता है कि जिहड़ा उस समय जो वरतारा होया सी किन्ना कि गलत सी ਉਹ 100% ਹੀ ਗਲਤ ਸੀ। ਜਦੋਂ ਵੱਧ ਵੀ ਕੋਈ ਹੋਵੇ ਤਾਂ ਮੈਂ ਉਹ ਵੀ ਕਹਿਣ ਨੂੰ ਤਿਆਰ ਹਾਂ। ਹਿੰਦੁਸਤਾਨ ਦੀ ਸਰਕਾਰ ਨੇ ਕਾਂਗਰਸ ਨੇ ਬਹੁਤ ਵੱਡੀ ਜ਼ਿਆਦਤੀ ਜਿਹੜੀ ਆ ਉਹ ਸਿੱਖ ਕੌਮ ਨਾਲ ਕੀਤੀ ਸੀ। ਸਾਡੇ ਤੇ ਹੀ ਸਾਡੇ ਹਿੰਦੁਸਤਾਨ ਦੀ ਫੌਜ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ। ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਹਦੇ 'ਚ ਵੀ ਗੋਲੀਆਂ ਦੇ ਨਿਸ਼ਾਨ ਨੇ, ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ। ਸੋ ਇਹ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਆਹ ਐਡਾ ਵੱਡਾ ਗਲਤ ਕਾਰਾ ਜਿਹੜਾ ਹੈ ਸਮੇਂ ਦੀ ਸਰਕਾਰ ਨੇ ਜਿਹੜਾ ਹੈ ਉਹ ਇੱਥੇ ਸਾਡੇ ਨਾਲ ਕੀਤਾ। ਇੱਕ ਪਾਸੇ ਕੌਮੀ ਜਜ਼ਬਾ ਲੜਦਾ ਸੀ, ਇੱਕ ਪਾਸੇ ਪਹਾੜੇ ਤੇ ਲਿਆਂਦੇ ਹੋਏ ਲੋਕ ਜਿਹੜੇ ਆ ਮਿਲਟਰੀ ਦੇ ਉਹ ਲੜਦੇ ਸੀ। 37 ਗੁਰਦੁਆਰਿਆਂ ਤੇ ਹਮਲਾ ਕੀਤਾ। ਇੱਥੇ ਤਾਂ ਭਾਵੇਂ ਸੰਤ ਜਰਨੈਲ ਸਿੰਘ ਜੀ ਹੀ, ਬਾਕੀ ਗੁਰਦੁਆਰਿਆਂ 'ਚ ਕੌਣ ਸੀ? ਇਹ ਇਹਨਾਂ ਨੇ ਇੱਕ ਨੀਤੀ ਬਣਾਈ ਸੀ ਸਰਕਾਰ ਨੇ ਸਿੱਖਾਂ ਨੂੰ ਕੁੱਟਣ ਵਾਸਤੇ। ਉਹਨਾਂ ਨੂੰ ਪਤਾ ਹੈ ਵੀ ਥੱਲੇ ਸਾਡੀ ਸ਼ਹੀਦੀ ਹੋਣੀ ਆ, ਆਪਣੀ ਸ਼ਹੀਦੀ ਦੀ ਆਪ ਅਰਦਾਸ ਕਰਕੇ ਤੇ ਟੈਂਕਾਂ ਨਾਲ ਜੂਝਦੇ ਹੋਏ ਸ਼ਹੀਦ ਹੋਇਆ। जून 1984 ਦਾ ਘੱਲੂਘਾਰਾ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ। ਅਸੀਂ ਇਸ ਸਮੇਂ ਮੌਜੂਦ ਹਾਂ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ। ਸਾਡੇ ਨਾਲ ਮੌਜੂਦ ਹਨ ਭਾਈ ਮਨਜੀਤ ਸਿੰਘ ਜੋ ਕਿ ਭਰਾ ਹਨ ਭਾਈ ਅਮਰੀਕ ਸਿੰਘ ਦੇ, ਜੋ ਕਿ ਬਾਨੀ ਸਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਜਿਨ੍ਹਾਂ ਵੱਲੋਂ ਬੜੀ ਬਹਾਦਰੀ ਨਾਲ ਉਸ ਭਾਰਤੀ ਫੌਜ ਦਾ ਸਾਹਮਣਾ ਕੀਤਾ ਗਿਆ ਜਿਨ੍ਹਾਂ ਵੱਲੋਂ ਇੱਥੇ ਹਮਲਾ ਕੀਤਾ ਗਿਆ ਸੀ। ਗੱਲਬਾਤ ਕਰਦੇ ਹਾਂ ਭਾਈ ਮਨਜੀਤ ਸਿੰਘ ਜੀ ਨਾਲ। ਭਾਈ ਸਾਹਿਬ ਪਹਿਲਾਂ ਤਾਂ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਉਸ ਸਮੇਂ ਜੋ ਵਰਤਾਰਾ ਹੋਇਆ ਸੀ ਕਿੰਨਾ ਕੁ ਗਲਤ ਸੀ? ਉਹ 100% ਹੀ ਗਲਤ ਸੀ। ਜਦੋਂ ਵੱਧ ਵੀ ਕੋਈ ਹੋਵੇ ਤਾਂ ਮੈਂ ਉਹ ਵੀ ਕਹਿਣ ਨੂੰ ਤਿਆਰ ਹਾਂ, ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਕਾਂਗਰਸ ਨੇ ਬਹੁਤ ਵੱਡੀ ਜ਼ਿਆਦਤੀ ਜਿਹੜੀ ਆ ਉਹ ਸਿੱਖ ਕੌਮ ਨਾਲ ਕੀਤੀ ਸੀ। ਔਰ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਜਿਹੜੀਆਂ ਸਿੱਖ ਕੌਮ ਨੇ ਦਿੱਤੀਆਂ ਸਨ। ਪਰ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਆਹ ਵਰਤਾਰਾ ਕੀਤਾ ਗਿਆ ਹੈ, ਮੈਂ ਸਮਝਦਾ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਸਾਡੇ ਤੇ ਹੀ ਸਾਡੇ ਹਿੰਦੁਸਤਾਨ ਦੀ ਫੌਜ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ। ਔਰ ਇਹ ਐਡੀ ਮੈਂ ਸਮਝਦਾ ਹੈ ਕਿ ਇਹ ਬਹੁਤ ਵੱਡੀ ਬਲੰਡਰ ਜਿਹੜੀ ਹੈ ਇਹ ਹਿੰਦੁਸਤਾਨ ਦੀ ਸਰਕਾਰ ਨੇ ਕੀਤੀ ਸੀ। ਔਰ ਸਾਨੂੰ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਫੌਜ ਹੀ ਜੇ ਧਾਰਮਿਕ ਸਥਾਨਾਂ ਤੇ ਚੜ੍ਹ ਕੇ ਆਵੇ ਤਾਂ ਮੈਂ ਸਮਝਦਾ ਇਸ ਤੋਂ ਵੱਧ ਹੋਰ ਕੀ ਗਲਤ ਹੋ ਸਕਦੀ ਹੈ। ਔਰ ਕਾਂਗਰਸ ਨੇ ਬਹੁਤ ਇਹ ਜਿਹੜਾ ਇਹ ਗਲਤ ਵੱਡਾ ਕਾਰਾ ਜਿਹੜਾ ਹੈ ਬਹੁਤ ਗਲਤ ਕੀਤਾ ਸੀ। ਔਰ 36 ਸਾਲ ਹੋ ਗਏ ਸਾਨੂੰ ਅਜੇ ਵੀ ਉਹ ਸਾਡੇ ਜ਼ਖਮ ਜਿਹੜੇ ਆ ਉਹ ਅੱਲੇ ਆ। ਜਦੋਂ ਹਰ ਸਾਲ 6 ਜੂਨ ਦਾ ਦਿਨ ਆਉਂਦਾ ਹੈ ਤਾਂ ਮੇਰੇ ਖਿਆਲ ਹਰੇਕ ਸਿੱਖ ਦੇ ਮਨ ਵਿੱਚ ਜਿਹੜੇ ਆ ਨਾ ਇੱਕ ਭਾਵੁਕਤਾ ਆ ਜਾਂਦੀ ਹੈ ਕਿ ਸਾਡੇ ਨਾਲ ਹਿੰਦੁਸਤਾਨ ਦੀ ਗੌਰਮੈਂਟ ਨੇ ਔਰ ਕਾਂਗਰਸ ਨੇ ਜਿਹੜਾ ਹੈ ਇਹ ਸਾਡੇ ਨਾਲ ਕੀ ਕੀਤਾ। ਕਿਉਂਕਿ ਅਸੀਂ ਤਾਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ, ਬਹੁਤ ਵੱਡੀਆਂ ਜੇਲ੍ਹਾਂ, ਸ਼ਹੀਦੀਆਂ, ਕਾਲੇ ਪਾਲੀ ਦੀਆਂ ਜੇਲ੍ਹਾਂ, ਪੋਰਟ ਬਲੇਅਰ ਦੀ ਜੇਲ੍ਹਾਂ, ਤੇ ਬਹੁਤ ਵੱਡਾ ਇਹ ਗਲਤ ਕਾਰਾ ਜਿਹੜਾ ਕੀਤਾ ਹੈ ਹਿੰਦੁਸਤਾਨ ਦੀ ਸਰਕਾਰ ਵੱਲੋਂ। ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਮੈਂ ਸਮਝਦਾ ਥੋੜ੍ਹੀ ਆ। ਜਿਹੜੇ ਗੋਲੀਆਂ ਦੇ ਨਿਸ਼ਾਨ ਹਨ ਇਹ ਕਿਉਂ ਰੱਖੇ ਗਏ ਹਨ? ਇਹ ਜੋ ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਂਭ ਕੇ ਰੱਖੇ ਗਏ ਹਨ ਕਿ ਨਵੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਵਾਸਤੇ। ਬਿਲਕੁਲ ਇਹ ਜਿਹੜੇ ਨਿਸ਼ਾਨ ਆ ਨਾ ਗੋਲੀਆਂ ਦੇ, ਜਿਹੜੇ ਇੱਧਰ ਸਾਹਮਣੇ ਤੁਸੀਂ ਵੇਖਦੇ ਜੇ ਜਾਂ ਇਸ ਪਾਸੇ ਵੇਖ ਰਹੇ ਹੋ, ਔਰ ਇਹ ਨਿਸ਼ਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੂਗਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਟੈਂਕਾਂ ਤੇ ਤੋਪਾਂ ਨਾਲ ਇੱਥੇ ਹਮਲਾ ਕੀਤਾ ਸੀ। ਮੈਂ ਤਾਂ ਸਮਝਦਾ ਹਾਂ ਕਿ ਕਿਉਂਕਿ ਅਸੀਂ ਰੱਖ ਨਹੀਂ ਸਕਦੇ, ਅਕਾਲ ਤਖਤ ਸਾਹਿਬ ਦਾ ਵੀ ਕੁਝ ਹਿੱਸਾ ਜਿਹੜਾ ਨਾ ਉਹ ਵੀ ਸਾਨੂੰ ਰੱਖਣਾ ਚਾਹੀਦਾ ਸੀ ਉਹਨਾਂ ਦੀ ਆਪਣੇ ਯਾਦਗਾਰ ਵਜੋਂ, ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਦੇਖ ਸਕਦੀਆਂ। ਪਰ ਉਹ ਜੋ ਪੰਥ ਦਾ ਫੈਸਲਾ ਹੈ ਉਹਦੇ ਕਰਕੇ ਉਹ ਨਹੀਂ ਰੱਖ ਸਕੇ। ਲੇਕਿਨ ਇਸੇ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਹਦੇ 'ਚ ਵੀ ਗੋਲੀਆਂ ਦੇ ਨਿਸ਼ਾਨ ਨੇ, ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ। ਸੋ ਇਹ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਆਹ ਐਡਾ ਵੱਡਾ ਗਲਤ ਕਾਰਾ ਜਿਹੜਾ ਹੈ ਸਮੇਂ ਦੀ ਸਰਕਾਰ ਨੇ ਜਿਹੜਾ ਹੈ ਉਹ ਇੱਥੇ ਸਾਡੇ ਨਾਲ ਕੀਤਾ ਸੀ। ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣ ਵਾਸਤੇ ਹੈ ਕਿ ਹਾਂ ਕਿ ਇਹ ਜੋ ਵਰਤਾਰਾ ਕੀਤਾ ਗਿਆ ਸੀ ਸਿੱਖ ਕੌਮ ਦੇ ਨਾਲ ਧੱਕਾ ਸੀ, ਕਿਉਂਕਿ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਉਹ ਵੀ ਉਸ ਜਗ੍ਹਾ ਤੇ ਹਮਲਾ ਸੀ ਜਿੱਥੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ, ਕੀਰਤਨ ਕੀਤਾ ਜਾਂਦਾ ਹੈ। ਵੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਇਹ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ। ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ ਗਏ ਆ, ਜਿੱਥੇ ਕੋਈ ਵੀ ਆਣ ਕੇ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ ਔਰ ਕਿਸੇ ਦਿਸ਼ਾ ਵੱਲੋਂ ਆਏ ਤੇ ਸਾਰਿਆਂ ਨੂੰ ਹੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਨਾਲ ਲਾਉਂਦੇ ਆ। ਔਰ ਜਿਹੜੀ ਵੀ ਆਣ ਕੇ ਇੱਥੇ ਮਨੌਤ ਰੱਖਦੇ ਆ, ਗੁਰੂ ਸਾਹਿਬ ਨਾਲ ਸ਼ਰਧਾ ਨਾਲ ਰੱਖਦੇ ਆ, ਉਹ
ਝੋਲੀਆਂ ਜਿਹੜੀਆਂ ਗੁਰੂ ਰਾਮਦਾਸ ਸਾਹਿਬ ਜੀ ਭਰਦੇ ਆ ਔਰ ਮਨੁੱਖਤਾ ਨੂੰ ਸਾਂਝਾ ਉਪਦੇਸ਼ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜਿਓ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੈਂ ਸਮਝਦਾ ਹਾਂ ਕਿ ਸਮੇਂ ਦੀ ਸਰਕਾਰ ਨੇ ਰੱਬ ਤੇ ਹਮਲਾ ਕੀਤਾ ਸੀ ਇੱਥੇ ਜਿਹੜਾ ਜਿੱਥੇ ਗੁਰੂ ਵਸਦਾ ਗੁਰੂ ਰਾਮਦਾਸ ਸਾਹਿਬ ਦਾ ਘਰ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਸਿੱਖਾਂ ਨੂੰ, ਉਹ ਸਿਧਾਂਤ ਤੇ ਸਮੇਂ ਦੀ ਸਰਕਾਰ ਨੇ ਬਹੁਤ ਵੱਡਾ ਜਿਹੜਾ ਉਹ ਹਮਲਾ ਕੀਤਾ ਸੀ। ਤੁਸੀਂ ਉਸ ਸਮੇਂ ਕਿੱਥੇ ਸੀ ਜਦੋਂ 3 ਜੂਨ ਤੋਂ ਜਦੋਂ ਹਮਲਾ ਹੋਇਆ ਸੀ? ਤੁਸੀਂ ਕਿੱਥੇ ਸੀ ਉਸ ਸਮੇਂ? ਅਸੀਂ ਉਦੋਂ ਗੁਰੂ ਰਾਮਦਾਸ ਸਰਾਂ ਜਿਹੜੀ ਆ ਨਾ ਉਸ ਪਾਸੇ ਸੀ, ਪਰਲੇ ਪਾਸੇ ਸੀ। ਇੱਧਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ, ਜਨ ਸ਼ਬੇਕ ਸਿੰਘ ਜੀ ਤੇ ਹੋਰ ਸਿੰਘ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਨ। ਤੇ ਜੋ ਸਿੰਘਾਂ ਵੱਲੋਂ ਕਿੰਨੀ ਕੁ ਬਹਾਦਰੀ ਕਿੰਨੀ ਦਲੇਰੀ ਨਾਲ ਸਾਹਮਣਾ ਕੀਤਾ ਗਿਆ ਫੌਜ ਦਾ? ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਲੜਾਈ, ਜਿਸ ਤਰ੍ਹਾਂ ਅਬਦਾਲੀ ਦੇ ਟਾਈਮ ਤੇ ਇੱਥੇ ਹਮਲਾ ਕਰਦਾ ਸੀ ਤੇ ਸਿੱਖ ਪਛਾੜਦੇ ਸੀ ਔਰ ਜਿਸ ਤਰ੍ਹਾਂ ਨਾਦਰ ਸ਼ਾਹ ਨੂੰ ਪਛਾੜਦੇ ਸੀ ਔਰ ਇਸੇ ਤਰ੍ਹਾਂ ਹੀ ਸਿੰਘ ਭਾਵੇਂ ਉਹ ਥੋੜੇ ਸੀ 200-250 ਸਿੰਘ ਸੀ ਫੈਡਰੇਸ਼ਨ ਦੇ ਔਰ ਦਮਦਮੀ ਟਕਸਾਲ ਦੇ ਜਾਂ ਆਪਣੇ ਜਿਹੜੇ ਹੈਗੇ ਆ ਬੱਬਰ ਖਾਲਸਾ ਦੇ ਸਿੰਘ, ਪਰ ਮੈਂ ਸਮਝਦਾ ਕਿ ਇੱਕ ਕੌਮੀ ਜਜ਼ਬਾ ਜਿਹੜਾ ਹੈ ਨਾ, ਇੱਕ ਪਾਸੇ ਕੌਮੀ ਜਜ਼ਬਾ ਲੜਦਾ ਸੀ, ਇੱਕ ਪਾਸੇ ਪਹਾੜੇ ਤੇ ਲਿਆਂਦੇ ਹੋਏ ਲੋਕ ਜਿਹੜੇ ਆ ਮਿਲਟਰੀ ਦੇ ਉਹ ਲੜਦੇ ਸੀ ਔਰ ਉਹਨਾਂ ਛੋਟੀ ਜੀ ਥੋੜੇ ਜਿਹੇ ਸਿੰਘ ਹੁੰਦਿਆਂ ਆ ਜਿੱਡਾ ਵੱਡਾ ਇਤਿਹਾਸ ਉਹਨਾਂ ਨੇ ਸਿਰਜਤਾ ਹੈ। ਤੁਸੀਂ ਦੇਖੋ 72-75 ਘੰਟੇ ਹਿੰਦੁਸਤਾਨ ਦੀ ਫੌਜ ਨਾਲ ਲੜਨਾ, ਟੈਂਕਾਂ ਨਾਲ ਲੜਨਾ ਔਰ ਕਮਾਂਡੋ ਇੱਥੇ ਆਏ, ਇੱਥੇ ਉਹ ਤੋਂ ਹਵਾਈ ਜਹਾਜ਼ ਦੇ ਨਾਲ ਵੀ ਜਿਹੜੇ ਸੀ ਆਪਣਾ ਹੈਲੀਕਾਪਟਰ ਨਾਲ ਵੀ ਕਮਾਂਡੋ ਉਤਾਰੇ ਗਏ, ਜ਼ਹਿਰੀਲੀ ਗੈਸ ਛੱਡੀ ਗਈ ਔਰ ਜਿਹੜਾ ਖੀਰਲਾ ਟੈਂਕ ਸੀ ਉਹ ਇੱਥੇ ਆ ਗਿਆ ਸੀ ਜਿਹਨੇ ਆਣ ਕੇ ਹਮਲਾ ਕੀਤਾ ਜਿੱਥੇ ਆ ਸਾਹਮਣੀ ਜਗ੍ਹਾ ਇੱਥੇ ਆਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੇ ਨਿਸ਼ਾਨਾ ਜਿਹੜਾ ਉਹਨੇ ਬਣਾਇਆ ਸੀ। ਔਰ ਸੰਤ ਜੀ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਮਿਲਦੇ ਇੱਥੇ ਅਕਾਲ ਤਖਤ ਸਾਹਿਬ ਤੇ ਆਉਂਦੇ ਸੀ, ਉਹ ਗੱਲ ਕਹਿੰਦੇ ਸੀ ਕਿ ਆ ਮੇਰੇ ਵਾਲਾ ਪਾਸਾ ਜਿੱਥੇ ਮੇਰਾ ਨਾ ਆਸਣ, ਇਹ ਨਹੀਂ ਸਮੇਂ ਦੀ ਸਰਕਾਰ ਨੇ ਛੱਡਣਾ ਔਰ ਲੱਖ ਬੰਦੇ ਦਾ ਘੇਰਾ ਪੈਣਾ। ਔਰ ਮੈਂ ਸਮਝਦਾ ਕਿ ਲੱਖ ਬੰਦੇ ਤੋਂ ਵੀ ਘੇਰਾ ਜਿਹੜਾ ਜ਼ਿਆਦਾ ਪਿਆ, ਸਾਰਾ ਪੰਜਾਬ ਹੀ ਨਸੀਲ ਕਰ ਦਿੱਤਾ ਸੀ ਤੇ 37 ਗੁਰਦੁਆਰਿਆਂ ਤੇ ਹਮਲਾ ਕੀਤਾ। ਇੱਥੇ ਤਾਂ ਭਾਵੇਂ ਸੰਤ ਜਰਨੈਲ ਸਿੰਘ ਜੀ ਹੀ, ਬਾਕੀ ਗੁਰਦੁਆਰਿਆਂ 'ਚ ਕੌਣ ਸੀ? ਇਹ ਇਹਨਾਂ ਨੇ ਇੱਕ ਨੀਤੀ ਬਣਾਈ ਸੀ ਸਰਕਾਰ ਨੇ ਸਿੱਖਾਂ ਨੂੰ ਕੁੱਟਣ ਵਾਸਤੇ ਔਰ ਇਹ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤੇ 2 ਸਾਲ ਪਹਿਲਾਂ ਹੀ ਉੱਥੇ ਹਰੈਸਲ ਕੀਤੀ ਗਈ ਸੀ ਕਿਉਂਕਿ ਵੋਟਾਂ ਦੀ ਰਾਜਨੀਤੀ ਹੈ ਔਰ ਸਿੱਖਾਂ ਨੂੰ ਦਬਾ ਕੇ ਤੇ ਇਹ ਸਮਝਦੇ ਸਨ ਕਿ ਸਾਨੂੰ ਸੈਂਟਰ ਦੇ ਵਿੱਚ ਜਿਹੜੀ ਮੈਜੋਰਿਟੀ ਮਿਲੂਗੀ। ਤਾਂ ਰਾਜੀਵ ਗਾਂਧੀ ਨੂੰ ਮਗਰੋਂ 400 ਤੋਂ ਵੱਧ MP ਇਸ ਕਰਕੇ ਮਿਲੇ ਹੁਣ ਅਕਾਲ ਤਖਤ ਸਾਹਿਬ ਉਸ ਪਰਿਵਾਰ ਨੇ ਢਾਇਆ ਸੀ ਔਰ ਮੈਜੋਰਿਟੀ ਨੂੰ ਜਿਹੜਾ ਉਹਨਾਂ ਨੇ ਜਿਹੜੀ ਮਿਨੋਰਿਟੀ ਸੀ ਉਹਨੂੰ ਇੱਥੇ ਦਬਾਉਣ ਦੀ ਜਿਹੜੀ ਬੜੀ ਵੱਡੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਸਮਝਦਾ ਕਿ ਉਹ ਬਹਾਦਰ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸ਼ਬੇਕ ਸਿੰਘ ਜਾਂ ਉਹਨਾਂ ਦੇ ਸਾਰੇ ਸਾਥੀ ਜਾਂ ਫੈਡਰੇਸ਼ਨ ਵਾਲੇ ਸਿੰਘ, ਉਹ ਬੜੀ ਬਹਾਦਰੀ ਨਾਲ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਜਬ ਆਪ ਕੀ ਉਹਦਾ ਨਿਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ ਦੇ ਸਿਧਾਂਤ ਤੇ ਚੱਲ ਕੇ 6 ਜੂਨ ਨੂੰ ਆਪਣੀ ਸ਼ਹੀਦੀ ਦੀ ਆਪ ਅਰਦਾਸ ਉਹਨਾਂ ਨੇ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਜੀ ਨੇ ਤੇ ਭਾਈ ਅਮਰੀਕ ਸਿੰਘ ਨੇ ਔਰ ਉੱਥੋਂ ਉਤਰ ਕੇ ਇੱਥੇ ਆਣ ਕੇ ਆ ਜਿਹੜਾ ਸਾਹਮਣੀ ਜਗ੍ਹਾ ਹੈ ਇਸ ਜਗ੍ਹਾ ਦੇ ਸੰਤ ਜਰਨੈਲ ਸਿੰਘ ਜੀ ਤੇ ਪਰੇ ਜਿਹੜੇ 2 ਨਿਸ਼ਾਨ ਸਾਹਿਬ ਆ ਉੱਥੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਔਰ ਉਹਨਾਂ ਦੇ ਨਾਲ 30-35 ਸਿੰਘ ਜਿਸ ਤਰ੍ਹਾਂ ਰੂਟੀਨ 'ਚ ਹੀ ਉਹਨਾਂ ਨਾਲ ਰਹਿੰਦੇ ਸੀ, ਉਹ ਸਾਰੇ ਸਿੰਘ ਜਿਹੜੇ ਆਣ ਕੇ ਇੱਥੇ ਉਹਨਾਂ ਨੇ ਜਿਹੜਾ ਇੱਥੇ ਟੈਂਕ ਆ ਗਿਆ ਸੀ ਆਪਣੇ ਗੋਲਾਬੰਦੀ ਕਰਦਾ ਹੋਇਆ ਅਕਾਲ ਤਖਤ ਸਾਹਿਬ ਢਾਉਂਦਾ ਹੋਇਆ, ਉਸ ਦੇ ਸਾਹਮਣੇ ਲੜਦੇ ਹੋਇਆਂ ਸ਼ਹੀਦੀ ਜਿਹੜੀ ਹੈ ਉਹਨਾਂ ਨੇ ਬੜੀ ਦਲੇਰੀ ਨਾਲ ਔਰ ਬੜੀ ਹਿੰਮਤ ਨਾਲ ਔਰ ਮੈਂ ਸਮਝਦਾ ਉਹਨਾਂ ਪੁਰਾਤਨ ਇਤਿਹਾਸ ਦਰਾਤਾ ਹੈ। ਇੱਥੇ ਕਈ ਰਹਿੰਦਾ ਸੀ, ਮੈਂ ਕਾਲਜ ਪੜ੍ਹਦਾ ਸੀ ਤੇ ਮੈਨੂੰ ਇੱਕ ਕਾਮਰੇਡ ਕਹਿੰਦਾ ਵੀ ਹੁਣ ਨਹੀਂ ਪੁਰਾਣੇ ਸਿੱਖਾਂ ਨੇ ਕੋਈ ਰਹਿ ਗਿਆ। ਮੈਂ ਕਿਹਾ ਸਮਾਂ ਆਊਗਾ ਤੇ ਫੇਰ ਦੱਸਣਗੇ। ਮੈਂ ਸਮਝਦਾ ਹਾਂ ਕਿ ਸੰਤ ਜਰਨੈਲ ਸਿੰਘ ਨੇ, ਭਾਈ ਅਮਰੀਕ ਸਿੰਘ ਤੇ ਇਹਨਾਂ ਸਾਥੀਆਂ ਨੇ ਜਿਹੜਾ ਪੁਰਾਤਨ ਇਤਿਹਾਸ ਸੀ ਨਾ ਜਿਹੜਾ ਅਸੀਂ ਸੁਣਿਆ ਸੀ ਔਰ ਉਸ ਇਤਿਹਾਸ ਵੇਖਿਆ ਨਹੀਂ ਸੀ, ਇਹ ਤਾਂ ਅਸੀਂ ਵੇਖ ਲਿਆ, ਉਹਨੂੰ ਰੀਨਿਊ ਕਰਤਾ। ਇਤਿਹਾਸ ਨੂੰ ਰੀਨਿਊ ਵੀ ਕੌਮਾਂ ਨੂੰ ਕਰਨਾ ਪੈਂਦਾ ਤੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਨੇ ਇਤਿਹਾਸ ਨੂੰ ਰੀਨਿਊ ਵੀ ਕਰ ਦਿੱਤਾ। ਇੱਕ ਦੇ ਸਾਹਮਣੇ ਟੈਂਕਾਂ ਸਾਹਮਣੇ ਹੋ ਕੇ ਸ਼ਹੀਦ ਹੋਏ ਸੀ ਉਹ। ਬਿਲਕੁਲ ਨਹੀਂ, ਅਰਦਾਸ ਕਰਕੇ ਉਹਨਾਂ ਨੂੰ ਪਤਾ ਸੀ ਵੀ ਥੱਲੇ ਸਾਡੀ ਸ਼ਹੀਦੀ ਹੋਣੀ ਆ, ਆਪਣੀ ਸ਼ਹੀਦੀ ਦੀ ਆਪ ਅਰਦਾਸ ਕਰਕੇ ਤੇ ਟੈਂਕਾਂ ਨਾਲ ਜੂਝਦੇ ਹੋਏ ਸ਼ਹੀਦ ਹੋਏ। ਮੈਂ ਸਮਝਦਾ ਕਿ ਜਿਹੜੀ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਨੇ ਜਿਹੜਾ ਵਚਨ ਕੀਤਾ ਸੀ ਉਹ ਮਰਦੇ ਮਜਾਇਜ਼ ਸੀ ਭਾਈ ਅਮਰੀਕ ਸਿੰਘ ਨੇ ਔਰ ਉਹਨਾਂ ਨੇ ਜੋੜੀ ਜਿਹੜੀ ਸੀ ਦੋਹਾਂ ਦੀ ਭਰਾਵਾਂ ਦੀ ਜੋੜੀ ਸੀ, ਧਰਮ ਦੀ ਜੋੜੀ ਸੀ ਔਰ ਮੌਤ ਦੇ ਟਾਈਮ ਤੇ ਵੀ ਉਹ ਜੋੜੀ ਟੁੱਟ ਨਹੀਂ ਸਕੀ। ਫਿਰ ਵੀ ਉਹਨਾਂ ਆਣ ਕੇ ਇੱਥੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਨਾਲ ਲੜਦੇ ਹੋਏ ਸ਼ਹੀਦੀਆਂ ਜਿਹੜੀਆਂ ਪ੍ਰਾਪਤ ਕੀਤੀਆਂ
ਮੈਂ ਉਹਨਾਂ ਨੂੰ ਕਰੋੜ ਵਾਰ ਉਹਨਾਂ ਸਾਰੇ ਸਿੰਘਾਂ ਨੂੰ ਦੇ ਚਰਨਾਂ ਵਿੱਚ ਔਰ ਉਹਨਾਂ ਦੀ ਸ਼ਹੀਦੀ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਔਰ ਮੈਂ ਨਹੀਂ ਸਾਰਾ ਸਿੱਖ ਜਗਤ ਹੀ ਆ, ਜਿੱਥੇ ਕੋਈ ਸਿੱਖ ਬੈਠਾ ਹੈ, ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਉਹ ਪ੍ਰਣਾਮ ਕਰਦਾ ਹੈ। ਅੱਜ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਆ, ਜਿਹਦੇ ਭੋਗ ਜਿਹੜੇ 6 ਤਰੀਕ ਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਪੈਣੇ ਆ, ਔਰ ਅਸੀਂ ਹਰ ਸਾਲ ਹੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ, ਉਹਨਾਂ ਦੀ ਜਿਹੜੀ ਯਾਦ ਹੈ, ਉਹਨੂੰ ਮਨਾਉਂਦੇ ਹਾਂ। ਔਰ ਹਰ ਸਿੱਖ ਇੱਥੇ ਨਹੀਂ, ਪੰਜਾਬ 'ਚ ਨਹੀਂ ਇਕੱਲੇ, ਹਿੰਦੁਸਤਾਨ 'ਚ ਸਾਰੇ ਦੇਸ਼ਾਂ ਵਿਦੇਸ਼ਾਂ ਜਿੱਥੇ ਕੋਈ ਸਿੱਖ ਰਹਿੰਦਾ ਉਹ ਸਾਰੇ ਹੀ ਸਿੱਖ ਜਿਹੜੇ ਆ 6 ਜੂਨ ਦਾ ਦਿਨ ਜਿਹੜਾ ਉਹ ਬੜੇ ਵੱਡੇ ਲੈਵਲ ਤੇ ਜਿਹੜੇ ਮਨਾਉਂਦੇ ਆ। ਔਰ ਜਿੰਨਾ ਚਿਰ ਚੰਦ ਤੇ ਸੂਰਜ ਰਹੂਗਾ ਉਹਨਾਂ ਚਿਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ, ਧਿਆਨ ਜਿਹੜਾ ਉਹ ਸਿਤਾਰੇ ਦੀ ਤਰ੍ਹਾਂ ਚਮਕਦਾ ਰਹੂਗਾ। ਔਰ ਜਿਹੜੇ ਸਿੱਖ ਸੰਗਤ ਕੋਈ ਸੰਤਾ ਜੀ ਨਾਲ ਤੇ ਭਾਈ ਅਮਰੀਕ ਸਿੰਘ ਜੀ ਨਾਲ ਮੇਰੀ ਉਹਨਾਂ ਨਾਲ 5 ਤਰੀਕ ਨੂੰ 5:30 ਵਜੇ ਗੱਲ ਹੋਈ ਸੀ ਫੈਡਰੇਸ਼ਨ ਦੇ ਦਫ਼ਤਰ 'ਚੋਂ, ਜਦੋਂ ਪਰਲੇ ਪਾਸੇ ਵਾਲਾ ਜਿਹੜਾ ਹੈਗਾ ਸੀ ਨਾ ਆਪਣੇ ਗੁਰੂ ਰਾਮਦਾਸ ਨਿਵਾਸ, ਉਧਰਲਾ ਪਾਸੇ ਵੱਲੋਂ ਜਦੋਂ ਮੋਰਚੇਬੰਦੀ ਜਿਹੜੀ ਆ ਟੈਂਕੀ ਵਾਲਾ ਮੋਰਚਾ ਜਿਹੜਾ ਸੀ ਉਹ ਬਾਹਰੋਂ ਤੋਪਾਂ ਨੇ ਤੋੜ ਦਿੱਤਾ ਸੀ, ਤੇ ਸਿੰਘਾਂ ਦੀ ਰਾਏ ਬਣੀ ਸੀ ਵੀ ਅਕਾਲ ਤਖਤ ਸਾਹਿਬ ਤੇ ਚੱਲ ਗਏ, ਜਿਹੜੇ ਬਾਕੀ ਵੀ ਸਿੰਘ ਸੀ ਫੈਡਰੇਸ਼ਨ ਵਾਲੇ ਸੀ। ਤਾਂ ਉਸ ਟਾਈਮ ਤੇ ਇਹ ਗੱਲ ਹੋਈ ਸੀ ਕਿ ਉਧਰ ਨਾਲੋਂ ਸ਼ਹੀਦੀ ਦਿੱਤੀ, ਅਕਾਲ ਤਖਤ ਸਾਹਿਬ ਤੇ ਸ਼ਹੀਦੀ ਦਿੱਤੀ ਜਿਹੜੀ ਆ ਉਹ ਜ਼ਿਆਦਾ ਮਾਇਨੇ ਰੱਖਦੀ ਹੈ। ਫਿਰ ਗੱਲ ਕੀਤੀ ਸੀ ਉਸ ਸੰਬੰਧ ਵਿੱਚ, ਤੇ ਮੇਰੇ ਸਾਥੀ ਕਹਿਣ ਲੱਗੇ ਵੀ ਆਪਾਂ ਗੱਲ ਕਰੀਏ। ਮੈਂ ਕਿਹਾ ਤੁਸੀਂ ਕਰੋ, ਉਹ ਕਹਿੰਦੇ ਨਹੀਂ ਤੁਸੀਂ ਕਰੋ ਗੱਲ। ਤੇ ਇੰਟਰਨਲ ਟੈਲੀਫੋਨ ਹੀ ਕੁਦਰਤੀ ਚੱਲਦਾ ਸੀ ਜਿਹੜਾ ਫੈਡਰੇਸ਼ਨ ਦੇ ਦਫ਼ਤਰ 'ਚ ਲੱਗਾ ਸੀ, ਬਾਹਰ ਦੇ ਟੈਲੀਫੋਨ ਤੇ ਬਿਜਲੀ ਤਾਂ ਕੱਟਤੀ ਸੀ ਸਰਕਾਰ ਨੇ। ਸੋ ਮੈਂ ਟੈਲੀਫੋਨ ਕੀਤਾ, ਕੋਈ ਕੁਦਰਤੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਉਹ ਟੈਲੀਫੋਨ ਇੱਥੇ ਚੱਕਿਆ। ਮੈਂ ਫਤਿਹ ਬੁਲਾਈ, ਮੈਂ ਕਿਹਾ ਤੁਹਾਡਾ ਵਜਨ ਪੂਰਾ ਹੋ ਗਿਆ। ਜਦੋਂ ਅਸੀਂ ਇੱਥੇ ਆਉਂਦੇ ਸੀ ਨਾ ਮੱਥਾ ਟੇਕ ਕੇ ਸੱਚਖੰਡ ਹਰਿਮੰਦਰ ਸਾਹਿਬ, ਤੇ ਸੰਤਾਂ ਨੂੰ ਮਿਲਣ ਆਉਂਦੇ ਸੀ, ਉਹ ਇੱਕ ਸਾਨੂੰ ਟੇਪ ਰਿਕਾਰਡ ਸੁਣਾਉਂਦੇ ਹੁੰਦੇ ਸੀਗੇ, ਚਮਕੌਰ ਗੜੀ ਦੇ ਲਾਮੀ ਦੁਸ਼ਮਣ ਨੇ ਤੋਪਾਂ ਬੀੜੀਆਂ, ਤੇ ਨਾਲ ਇਹ ਗੱਲ ਕਹਿੰਦੇ ਸੀ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਹੋਣਾ ਔਰ ਲੱਖ ਬੰਦੇ ਦਾ ਘੇਰਾ ਜਿਹੜਾ ਇੱਥੇ ਪੈਣਾ ਹੈ। ਤੇ ਮੈਂ ਕਿਹਾ ਜੀ ਤੁਹਾਡਾ ਵਜਨ ਪੂਰਾ ਹੋ ਗਿਆ। ਉਹ ਬੜੇ ਚੜ੍ਹਦੀ ਕਲਾ ਸੀ, ਉਹਨਾਂ ਗੁਰਬਾਣੀ ਦੀ ਤੁਕ ਪੜ੍ਹੀ, ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰ ਬਦੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜੇ। ਇਹ ਮੇਰੇ ਨਾਲ ਉਹਨਾਂ ਦੀ ਆਖਰੀ ਗੱਲ ਜਿਹੜੀ ਆ ਭਾਈ ਅਮਰੀਕ ਸਿੰਘ ਨਾਲ ਵੀ ਹੋਈ, ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨਾਲ ਵੀ ਹੋਈ। ਉਸ ਤੋਂ ਬਾਅਦ ਹਮਲਾ ਹੋਣ ਤੋਂ ਬਾਅਦ 84 ਬਾਅਦ ਤੁਹਾਨੂੰ ਰਾਜੀਵ ਗਾਂਧੀ ਸਰਕਾਰ ਵੱਲੋਂ ਕੋਈ ਆਫਰ ਕੀਤੀ ਗਈ ਸੀ? ਕੋਈ ਆਫਰ ਤਾਂ ਕੀਤੀ ਗਈ ਸੀ, ਪਰ ਮੈਂ ਗਦਾਰੀ ਨਹੀਂ ਸੀ ਕਰਨਾ ਚਾਹੁੰਦਾ। ਕੀ ਆਫਰ ਕੀ ਸੀ? ਉਹ ਆਫਰ ਇਹ ਵੀ ਜੋਧਪੁਰ ਜੇਲ੍ਹ ਚੋਂ ਦਿੱਲੀ ਬੁਲਾਇਆ ਗਿਆ ਸੀਗਾ, ਔਰ ਮੈਨੂੰ ਮੇਰੇ ਇੱਕ ਸਾਥੀ ਹਰਮਿੰਦਰ ਸਿੰਘ ਸੰਧੂ ਨੂੰ, ਤੇ ਉੱਥੇ ਇਹ ਗੱਲ ਜਿਹੜੀ ਸ਼ੁਰੂ ਆਈ ਹੈ, ਗੱਲ ਕੀ ਕਰੀਏ, ਗੱਲ ਹੁੰਦੀ ਹੈ ਬਰਾਬਰ ਦੀ ਤਰ੍ਹਾਂ ਦੀ, ਜਿਹਨੂੰ ਕੁੱਟ ਲਈਏ, ਜਿਨ੍ਹਾਂ ਦਾ ਤਖਤ ਢਾਤਾ, ਸਿੰਘ ਸ਼ਹੀਦ ਕਰਤੇ। ਤੇ ਮੈਂ ਕਿਹਾ ਹੁਣ ਗੱਲ ਇੱਥੇ ਕਾਹਦੀ ਕਰੀਏ, ਬਰਾਬਰ ਦੀ ਤਰ੍ਹਾਂ ਦੀ ਹੁੰਦੀ ਆ, ਪਰ ਉਹ ਉਹਦੇ ਨਹੀਂ ਕਰਨੀ ਚਾਹੀਦੀ ਆ। ਮੈਂ ਕਿਹਾ ਅਕਾਲ ਤਖਤ ਸਾਹਿਬ ਤੇ ਰਾਜੀਵ ਗਾਂਧੀ ਨੂੰ ਕਿਹਾ ਜਾ ਕੇ ਮਾਫੀ ਮੰਗੇ, ਉਹਨੇ ਮਾਫੀ ਨਹੀਂ ਮੰਗੀ। ਮੈਂ ਕਿਹਾ ਫੈਡਰੇਸ਼ਨ ਦੀ ਗੱਲ ਜਿਹੜੀ ਆ ਤੁਹਾਡੇ ਨਾਲ ਨਹੀਂ ਹੋ ਸਕਦੀ। ਦਿਮਾਗ ਤੁਹਾਨੂੰ ਆਫਰ ਕੀ ਸੀ? ਉਹ ਆਫਰ ਤਾਂ ਲਾਲਚ ਦਿੰਦੇ ਸੀ। ਕੀ ਲਾਲਚ ਸੀ? ਲਾਲਚ ਪੰਜਾਬ ਦੀ ਗਵਰਨਮੈਂਟ ਦਾ ਲਾਲਚ ਸੀ, ਜਿਹੜਾ ਫੈਡਰੇਸ਼ਨ ਨੂੰ ਅਕਾਲ ਤਖਤ ਸਾਹਿਬ ਢੱਠੇ ਤੇ ਫੈਡਰੇਸ਼ਨ ਕੁਰਸੀ ਨਹੀਂ ਸਕਦੀ। ਉਹ ਭਾਈ ਮਨਜੀਤ ਸਿੰਘ ਗਿੱਲ ਸੀ, ਅਰਜਨ ਸਿੰਘ ਸੀ, ਰਾਜੀਵ ਗਾਂਧੀ ਸੀ, ਪ੍ਰੋਫੈਸਰ ਸਰੂਪ ਸਿੰਘ ਸੀਗਾ ਚੰਡੀਗੜ੍ਹ ਵਾਲੇ, ਜਿਹੜੇ ਗੱਲਬਾਤ ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਸੀ, ਕੋਕ ਵਜਾ ਕੇ ਕਹਿਤਾ ਸੀ ਕਿ ਜੇ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਸੈਂਟਰ ਸਰਕਾਰ ਨੇ ਦੇਣਾ ਸਿੱਖਾਂ ਨੂੰ ਕੁਝ ਨਹੀਂਗਾ, ਉਹਨਾਂ ਤਾਂ ਅਕਾਲ ਤਖਤ ਸਾਹਿਬ ਢਾਤਾ। ਔਰ ਉਸ ਤੋਂ ਬਾਅਦ ਜਦੋਂ ਸਾਡੀ ਆਫਰ ਜਿਹੜੀ ਹੈ, ਜਦੋਂ ਉਹਨਾਂ ਨਹੀਂ ਇਹ ਮੰਨੀ ਗੱਲ ਅਕਾਲ ਤਖਤ ਸਾਹਿਬ ਤੇ ਮਾਫੀ ਦੀ, ਫਿਰ ਜੋ ਮਗਰਲਾ ਸਮਝੌਤਾ ਹੋਇਆ ਰਾਜੀਵ ਲੌਂਗੋਵਾਲ ਰਿਕਾਰਡ ਹੋ ਗਿਆ, ਉਹ ਵੀ ਇੱਕ ਸਿੱਖਾਂ ਨਾਲ ਬਾਅਦ ਵਿੱਚ ਸੈਂਟਰ ਸਰਕਾਰ ਨੇ ਧੋਖਾ ਕੀਤਾ ਤੁਹਾਡੇ ਸਾਹਮਣੇ। ਸਾਨੂੰ ਪਤਾ ਇਹ ਦੇਣਾ ਕੁਝ ਨਹੀਂ, ਅਸੀਂ ਇਸ ਕਰਕੇ ਜਿਹੜੀ ਆ ਪਹਿਲਾਂ ਅਕਾਲ ਤਖਤ ਸਾਹਿਬ ਤੇ ਮਾਫੀ ਦੀ ਗੱਲ ਜਿਹੜੀ ਰੱਖੀ ਸੀ ਕਿ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੋ ਜਿਹੜਾ ਤੁਸੀਂ ਹਮਲਾ ਕੀਤਾ। 84 ਤੋਂ ਬਾਅਦ ਤੁਸੀਂ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਬਣਾਏ ਗਏ ਸੀ ਤੁਸੀਂ, ਤੇ ਉਸ ਸਮੇਂ ਦੀ ਫੈਡਰੇਸ਼ਨ ਤੇ ਅੱਜ ਦੀ ਫੈਡਰੇਸ਼ਨ ਕੀ ਫਰਕ ਹੈ? ਵੇਖੋ, ਫੈਡਰੇਸ਼ਨ ਦਾ ਤਾਂ ਮੈਂ ਸਮਝਦਾ ਹਾਂ ਕਿ ਜਿੱਡਾ ਵੱਡਾ ਇਤਿਹਾਸ ਹੈ, ਜਿਹਦੀਆਂ ਜੜ੍ਹਾਂ 'ਚ ਭਾਈ ਅਮਰੀਕ ਸਿੰਘ ਜੀ ਦਾ, ਹਜ਼ਾਰਾਂ ਸਿੰਘਾਂ ਨੌਜਵਾਨਾਂ ਦਾ ਖੂਨ ਜਿਹੜਾ ਪਿਆ ਹੈ, ਬਹੁਤ ਵੱਡਾ ਇਤਿਹਾਸ ਹੈ। ਔਰ ਅੱਜ ਤੇ ਉਦੋਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਫੈਡਰੇਸ਼ਨ ਦੇ ਵਿੱਚ ਕਾਫੀ ਜਿਹੜੀਆਂ ਨੇ ਉਹ ਕੋਈ ਗਿਰਾਵਟਾਂ ਆਈਆਂ ਨੇ, ਧੜੇ ਬਣ ਗਏ ਆ ਫੈਡਰੇਸ਼ਨ ਦੇ, ਜਿਹੜੇ ਕਿ ਨਹੀਂ ਸੀ ਬਣਨੇ ਚਾਹੀਦੇ, ਇੱਕ ਰਹਿਣੀ ਚਾਹੀਦੀ ਸੀ। ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਦੇ ਇਕੱਠੇ ਕਰਨ ਦੀ? ਨਹੀਂ, ਮੈਂ ਕਰੂੰਗਾ ਹੁਣ। ਮੈਂ ਪਹਿਲਾਂ ਵੀ ਕੋਸ਼ਿਸ਼ ਕਰਦਾ ਰਿਹਾ, ਮੇਰੇ ਦਿਲ 'ਚ ਹੈ ਕਿ ਸਾਰੀਆਂ ਫੈਡਰੇਸ਼ਨ ਜਿਹੜੇ ਤਾਂ ਓਵਰ ਏਜ ਹੋ ਗਏ ਨੌਜਵਾਨ, ਉਹਨਾਂ ਨੂੰ ਤਾਂ ਮੈਂ ਬੇਨਤੀ ਕੀਤੀ ਆ ਵੀ ਤੁਸੀਂ ਅਕਾਲੀ ਦਲ 'ਚ ਚੱਲ ਜਾਓ, ਕਿਉਂਕਿ ਮੈਂ ਭਰਿਆ ਮੇਲਾ ਛੱਡਿਆ ਸੀ 1994 ਦੇ ਵਿੱਚ, ਆਪਣਾ ਫੈਡਰੇਸ਼ਨ ਦੀ ਜਿਹੜੀ ਜ਼ਿੰਮੇਵਾਰੀ ਛੱਡਤੀ ਸੀ, ਕਿਉਂਕਿ ਇੱਕ ਨੌਜਵਾਨ ਨੂੰ ਕਿਸੇ ਨੂੰ ਮੈਂ ਕਿਹਾ ਹੋਰ ਅੱਗੇ ਲਾ ਲਓ।
ਔਰ ਫੈਡਰੇਸ਼ਨ ਜਿਹੜੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਵੀ ਪੈਦਾ ਕਰਕੇ ਦਿੰਦੀ ਰਹੀ ਆ, ਸਿੱਖ ਸਿਧਾਂਤ ਨਾਲ ਵੀ ਜੋੜਦੀ ਰਹੀ ਆ, ਗੁਰੂ ਨਾਲ ਜੋੜਦੀ ਰਹੀ ਆ। ਇਹ ਫੈਡਰੇਸ਼ਨ ਦਾ ਜਿਹੜਾ ਕੰਮ ਸੀ ਗੁਰਮਤਿ ਟ੍ਰੇਨਿੰਗ ਕੈਂਪ ਲਾਉਣ ਦਾ, ਉਹ ਕੰਮ ਜਿਹੜਾ ਹੈ ਇਸ ਵੇਲੇ ਨਹੀਂ ਹੋ ਰਿਹਾ। ਉਹਦੇ ਕਰਕੇ ਨੌਜਵਾਨ ਪਤਿਤ ਹੋਇਆ, ਨੌਜਵਾਨ ਜਿਹੜਾ ਨਸ਼ੇ ਦਾ ਆਦੀ ਹੋਇਆ, ਔਰ ਜਿਹੜੇ ਕੁਝ ਨੌਜਵਾਨ ਨੇ ਵਿਚਾਰੇ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ 'ਚ ਭੱਜੇ ਜਾਣ ਰਹੇ ਨੇ ਆਪਣੇ ਬੇਰੁਜ਼ਗਾਰੀ ਕਰਕੇ। ਸੋ ਮੈਂ ਸਮਝਦਾ ਕਿ ਫੈਡਰੇਸ਼ਨ ਦਾ ਜਿਹੜਾ ਹੈ ਸਾਰੇ ਗਰੁੱਪ ਇਕੱਠੇ ਹੋਣ ਤੇ ਸਟੂਡੈਂਟ ਨੂੰ ਜਿਹੜਾ ਹੈ ਨਾ, ਜਿਹੜਾ ਕਾਲਜ ਪੜ੍ਹਦਾ ਸਾਬਤ ਸੂਰਤ ਨੌਜਵਾਨ ਆ, ਉਹਨੂੰ ਫੈਡਰੇਸ਼ਨ ਦੀ ਜ਼ਿੰਮੇਵਾਰੀ ਜਿਹੜੀ ਆ ਸੌਂਪਣੀ ਚਾਹੀਦੀ ਹੈ। ਤਾਂ ਤੁਸੀਂ ਮੰਨਦੇ ਹੋ ਕਿ ਫੈਡਰੇਸ਼ਨ ਜੇ ਆਪਣੇ ਸਿਧਾਂਤਾਂ ਤੋਂ ਭਟਕੀ ਹੈ ਤੇ ਨੌਜਵਾਨ ਭਟਕਿਆ? ਸਿਧਾਂਤਾਂ ਤੋਂ ਭਟਕੀ ਨਹੀਂ, ਲਾਲਚਾਂ ਕਰਕੇ ਜਿਹੜੇ ਆ ਫੈਡਰੇਸ਼ਨ ਜਿਹੜੀ ਹੈ ਵੱਖ-ਵੱਖ ਧੜਿਆਂ 'ਚ ਵੰਡੀ ਗਈ ਸੀ। ਰਾਜਸੀ ਲਾਲਚ ਹੋ ਗਿਆ ਫਿਰ? ਰਾਜਸੀ ਵੀ ਹੋ ਗਏ ਔਰ ਮੈਂ ਸਮਝਦਾ ਖੁਦਗਰਜ਼ੀਆਂ ਵੀ ਹੋ ਗਈਆਂ। ਇਹ ਨਹੀਂ ਸੀ ਹੋਣੀਆਂ ਚਾਹੀਦੀਆਂ ਔਰ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ, ਬੜੇ ਸਤਿਕਾਰਯੋਗ ਹੈਗੇ ਨੇ ਸਾਰੇ ਨੌਜਵਾਨ, ਵੀ ਇੱਕ ਪਲੇਟਫਾਰਮ ਬਣਾਓ ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਦੇ ਟਾਈਮ ਤੇ ਬਣਿਆ ਸੀ। ਤੇ ਫਿਰ ਆਹ ਵੇਖੋ ਨਾ, 4 ਉਂਗਲਾਂ ਨੇ, ਜੇ ਇਕੱਠੀਆਂ ਹੋਣਗੀਆਂ ਤੇ ਇੱਕ ਸ਼ਕਤੀ ਬਣ ਜਾਊਗੀ ਉਹਨਾਂ ਦੀ, ਔਰ ਨੌਜਵਾਨਾਂ ਦੀ ਗੱਲ ਜਿਹੜੀ ਹੈ ਉਹ ਲੋਕ ਸੁਣਨ ਲੱਗ ਪੈਣਗੇ। ਆਖਰੀ ਸਵਾਲ ਕਿ ਭਾਈ ਅਮਰੀਕ ਸਿੰਘ ਨਾਲਾ ਕਈ ਵਾਰ ਸਟੇਜਾਂ ਤੋਂ ਇਹ ਕਹਿ ਚੁੱਕੇ ਨੇ ਕਿ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਸ਼ਹੀਦ ਨਹੀਂ ਹੋਏ ਹੈਗੇ ਨੇ। ਨਹੀਂ, ਉਹ ਗੱਲ ਜਿਹੜੇ ਕਹਿੰਦੇ ਸੀ, ਮੈਂ ਤਾਂ ਇਹ ਗੱਲ ਵੀ ਸਾਨੂੰ ਤਾਂ ਪਤਾ ਸੀ। ਅਸੀਂ ਤਾਂ ਜਦੋਂ ਸਾਨੂੰ ਉੱਥੇ ਫੜਿਆ ਗਿਆ ਸੀ ਨਾ, ਆਪਣੇ ਜਿੱਥੇ ਸਪੈਸ਼ਲ ਲੰਗਰ ਸੀ, ਤਾਂ ਉਸ ਟਾਈਮ ਦੇ ਉੱਤੇ ਅਪਾਰ ਸਿੰਘ ਬਾਜਵਾ ਜਿਹੜੇ ਆ ਨਾ ਉੱਧਰ ਗਏ ਸੀ, ਜਿਹੜੇ ਇੱਥੇ ਸਿਟੀ ਦੇ ਇੰਸਪੈਕਟਰ ਸੀ, ਤੇ ਉਹਨਾਂ ਨੇ ਜਾ ਕੇ ਹਰਮਿੰਦਰ ਸਿੰਘ ਸੰਧੂ ਦੀ ਕੰਨ 'ਚ ਇੱਕ ਗੱਲ ਕੀਤੀ। ਉਦੋਂ ਪਤਾ ਨਹੀਂ ਸਾਨੂੰ, ਅਜੇ ਐਂ ਲੱਗਦਾ ਸੀ ਸਾਨੂੰ ਮਾਰ ਦੇਣਾ ਇਹਨਾਂ ਨੇ, ਹੁਣ ਹੀ ਮਾਰ ਲੱਗੇ ਆ। ਤਾਂ ਉਸ ਟਾਈਮ ਤੇ ਉਹਨਾਂ ਦੇ ਕੰਨ 'ਚ ਗੱਲ ਕੀਤੀ ਕਿ ਸੰਤ ਤੇ ਭਾਈ ਸਾਹਿਬ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋ ਗਏ। ਇਹ 9 ਤਰੀਕ ਦੀ ਕੋਈ 2 ਵਜੇ ਦੀ ਗੱਲ ਹੋਊਗੀ, 1:30-2 ਵਜੇ ਦੀ ਗੱਲ। ਤਾਂ ਉਸ ਟਾਈਮ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਨਾਲ ਕੀ ਗੱਲ ਕੀਤੀ? ਕਹਿੰਦਾ ਆਪਣਾ ਸਾਰਾ ਕੁਝ ਉੱਜੜ ਗਿਆ, ਸੰਤ ਵੀ ਸ਼ਹੀਦ ਹੋ ਗਿਆ, ਭਾਈ ਅਮਰੀਕ ਸਿੰਘ ਜੀ ਵੀ ਹੋ ਗਏ ਆ, ਉਹਨਾਂ ਦੇ ਸਾਥੀ ਵੀ ਹੋ ਗਏ ਆ। ਔਰ ਉਹ ਸਰਦਾਰ ਅਪਾਰ ਸਿੰਘ ਬਾਜਵਾ ਵੀ ਮੈਨੂੰ ਉੱਥੇ ਸਾਨੂੰ ਜਾ ਕੇ ਖੁਦ ਉਦੋਂ 6 ਤਰੀਕ ਨੂੰ 2-3 ਵਜੇ ਜਿਹੜਾ ਜਾ ਕੇ ਉਹਦੇ ਕੰਨ 'ਚ ਦੱਸਿਆ ਸੀ। ਔਰ ਜੋਧਪੁਰ ਜੇਲ੍ਹ 'ਚ ਮੈਨੂੰ ਸਰਦਾਰ ਅਵਨਾਸ਼ੀ ਸੋ ਦੱਸ ਕੇ ਆਏ, ਆਪਣੇ ਡਾਕਟਰ ਬਰਾੜ ਸੀ, ਵੀ ਸੰਤ ਸ਼ਹੀਦ ਹੋ ਗਿਆ ਤੇ ਸੰਤਾਂ ਨੇ ਆਪਣਾ ਜਿਹੜਾ ਤੀਰ ਸੀਗਾ ਤੇ ਕਿਰਪਾਨ, ਉਹ ਜਿੱਥੇ ਆ ਸ਼ਸਤਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੁਰਬਾਨੀ ਵਾਲੇ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਇੱਥੇ ਦਰਬਾਰ ਆ, ਸ਼ਸਤਰ ਸ਼ਾਮ ਨੂੰ ਦਿਖਾਏ ਜਾਂਦੇ। ਕਹਿੰਦੀ ਉਹਨੇ ਆਪਣੇ ਉਹਨਾਂ ਸ਼ਸਤਰ ਵੀ ਰੱਖ ਦਿੱਤੇ ਸੀ, ਉਦੋਂ ਹੈਗਾ ਵੀ ਸੀ, ਬਾਅਦ ਵਿੱਚ ਉਹ ਸਾਨੂੰ ਮਿਲੇ ਨਹੀਂ, ਪਤਾ ਨਹੀਂ ਇੱਥੋਂ ਕਿਸ ਤਰ੍ਹਾਂ। ਅਸੀਂ ਤਾਂ ਜੋਧਪੁਰ ਜੇਲ੍ਹ ਸੀ, 5 ਸਾਲ ਬਾਅਦ ਆਏ ਉੱਥੋਂ। ਹੁਣ ਤੁਸੀਂ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੋਗੇ? ਕੀ ਪ੍ਰੇਰਨਾ ਲੈਣ ਅੱਜ ਦੇ ਜਿਹੜਾ ਹੁਣ 6 ਜੂਨ ਦੇ ਸਮਾਗਮ ਤੋਂ? ਵੇਖੋ, ਉਹਨਾਂ ਦੀ ਸ਼ਹੀਦੀ ਨੂੰ ਮੈਂ ਸਮਝਦਾ ਸਾਨੂੰ ਪ੍ਰਣਾਮ ਕਰਨੀ ਚਾਹੀਦੀ ਆ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਔਰ ਸਾਨੂੰ ਜਿੱਥੇ ਵੀ ਕੋਈ ਸਿੱਖ ਬੈਠਾ ਹੈ, ਭਾਵੇਂ ਸਾਨੂੰ ਅੱਜ ਕਰੋਨਾ ਦੀ ਮਹਾਂਮਾਰੀ ਕਰਕੇ ਬਹੁਤਿਆਂ ਨੂੰ ਇਕੱਠੇ ਨਹੀਂ ਹੋਣ ਦੇਣਾ ਇੱਥੇ, ਔਰ ਡਿਸਟੈਂਸ ਵੀ ਰੱਖਣਾ ਚਾਹੀਦਾ, ਜਿਹੜਾ ਸਰਕਾਰੀ ਉਹ ਹਦਾਇਤਾਂ ਨੇ ਖਾਸ ਕਰਕੇ WHO ਦੀਆਂ, ਔਰ ਮਾਸਕ ਦੀ ਵੀ। ਤੇ ਬਾਕੀ ਵੀ ਸਾਨੂੰ ਕਿਉਂਕਿ ਮਹਾਂਮਾਰੀ ਜਿਹੜੀ ਆ ਉਹ ਨਾ ਤਾਂ ਛੋਟਾ ਦੇਖਦੀ ਨਾ ਵੱਡਾ ਦੇਖਦੀ ਹੈ। ਤੇ ਇਹਦੇ ਬਾਵਜੂਦ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਕੋਈ ਸਿੱਖ ਬੈਠਾ ਹੈ ਉੱਥੇ ਹੀ ਉਹਨਾਂ ਦੇ ਨਾਂ ਤੇ ਸੁਖਮਨੀ ਸਾਹਿਬ ਦਾ ਪਾਠ, ਚਾਹੇ ਉਹਨਾਂ ਦੇ ਨਾਂ ਤੇ ਮੂਲ ਮੰਤਰ ਦਾ ਪਾਠ ਜਾਂ ਗੁਰਮੰਤਰ ਦਾ ਪਾਠ, ਜੋ ਵੀ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਕੋਈ ਸਿੱਖ ਕਰ ਸਕਦਾ, ਜਿੱਥੇ ਵੀ ਕੋਈ ਬੈਠਾ ਉਹ ਸਾਨੂੰ ਕਰਨਾ ਚਾਹੀਦਾ। ਇਹ ਸਨ ਭਾਈ ਮਨਜੀਤ ਸਿੰਘ, ਭਰਾ ਭਾਈ ਸ਼ਹੀਦ ਭਾਈ ਅਮਰੀਕ ਸਿੰਘ, ਜਿਨ੍ਹਾਂ ਵੱਲੋਂ ਕਿ ਫੈਡਰੇਸ਼ਨ ਦਾ ਜੋ ਬਾਨੀ ਸਨ, ਜੋ ਉਹਦਾ ਗਠਨ ਕੀਤਾ ਗਿਆ ਸੀ। ਇਹਨੇ ਦੱਸਿਆ ਕਿ 1984 ਤੋਂ ਬਾਅਦ ਜੋ ਰਾਜੀਵ ਗਾਂਧੀ ਸਰਕਾਰ ਵੱਲੋਂ ਇਹਨਾਂ ਨੂੰ ਪੰਜਾਬ ਸਰਕਾਰ ਬਣਾਉਣ ਦੀ ਕੋਈ ਆਫਰ ਕੀਤੀ ਗਈ ਸੀ, ਲੇਕਿਨ ਇਹਨਾਂ ਵੱਲੋਂ ਇਹ ਇਨਕਾਰ ਕਰ ਦਿੱਤਾ ਗਿਆ ਕਿ ਉਹ ਇਸੇ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਮਾਫੀ ਮੰਗਣ, ਉਸ ਤੋਂ ਬਾਅਦ ਇਹ ਕਰਨਗੇ। ਔਰ ਨਾਲ ਇਹਨਾਂ ਨੇ ਇਹ ਵੀ ਸੁਣਿਆ ਦਿੱਤਾ ਕਿ ਅੱਜ ਤੋਂ ਮੌਜੂਦਾ ਸਮੇਂ ਵਿੱਚ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਚੱਲ ਰਹੀ ਹੈ, ਜੋ 6 ਜੂਨ ਦੇ ਸ਼ਹੀਦੀ ਸਮਾਗਮ ਸਾਰੇ ਸੰਗਤ ਨੂੰ ਆਪਣੇ ਘਰ ਬਹਿ ਕੇ ਅਤੇ ਅਰਦਾਸ ਕਰਕੇ ਇਹ ਸਮਾਗਮ ਮਨਾਉਣੇ ਚਾਹੀਦੇ ਹਨ। ਕੈਮਰਾਮੈਨ ਜੋਬਨਪ੍ਰੀਤ ਸਿੰਘ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।